ਅੱਜ ਆਪਾਂ ਕਿੱਸਾ ਕਾਵਿ ਵਿੱਚ ਵਾਰਸ਼ਾ ਕਰਾਂਗੇ। ਵਾਰਸ਼ਾ ਨੂੰ ਉੱਤਰ ਨਾਨਕ ਕਾਲ ਜਾਂ ਪਛੇਰੇ ਮੁਗਲ ਕਾਲ ਦਾ ਕਿੱਸੇਕਾਰ ਕਿਹਾ ਜਾਂਦਾ ਹੈ। ਇਹ ਤੁਸੀਂ ਸਾਰੀਆਂ ਗੱਲਾਂ ਯਾਦ ਰੱਖਣੀਆਂ ਹੈਗੀਆਂ ਕਿ ਜਿਹੜਾ ਵਾਰਸ਼ਾ ਸੀਗਾ ਉਹਨਾਂ ਨੂੰ ਉੱਤਰ ਨਾਨਕ ਕਾਲ ਤੇ ਜਿਹੜਾ ਮੁਗਲ ਕਾਲ ਸੀ ਉਹ ਲੰਘ ਚੁੱਕਾ ਸੀ ਅੱਧਾ, ਉਸ ਦਾ ਕੀ ਕਿਹਾ ਜਾਂਦਾ ਹੈ, ਕਿੱਸੇਕਾਰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਪੰਜਾਬੀ ਦਾ ਸ਼ੈਕਸਪੀਅਰ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ 18ਵੀਂ ਸਦੀ ਦਾ ਸੂਫੀ ਕਵੀ ਵੀ ਕਿਹਾ ਜਾਂਦਾ ਹੈ ਤੇ ਇਹਨਾਂ ਦੀ ਜਿਹੜੀ ਪ੍ਰਸਿੱਧੀ ਹੋਈ ਸੀ ਉਹ ਹੀਰ ਰਾਂਝੇ ਕਰਕੇ ਹੋਈ ਸੀ। ਤੇ ਇਹਨਾਂ ਦੀ ਜਿਹੜੀ ਸ਼ਾਹਕਾਰ ਰਚਨਾ ਹੈਗੀ ਆ ਉਹ ਹੈਗੀ ਆ ਜਿਹੜੀ ਇਹਨਾਂ ਦੀ ਸ਼ਾਹਕਾਰ ਰਚਨਾ ਹੈਗੀ ਆ ਉਹ ਹੈਗੀ ਆ ਵਾਰਸ਼ ਦੀ ਹੀਰ। ਇਹਨਾਂ ਦਾ ਨਾਂ ਅੱਗੇ ਲੱਗ ਗਿਆ ਵਾਰਸ਼ ਦੀ ਹੀਰ। ਇਹ ਇਹਨਾਂ ਦੀ ਸ਼ਾਹਕਾਰ ਰਚਨਾ ਹੈਗੀ ਆ। ਹੁਣ ਆਪਾਂ ਵਾਰਸ਼ ਦੀ ਹੀਰ ਬਾਰੇ ਕੁਝ ਵਿਸ਼ੇਸ਼ਤਾਵਾਂ ਕਰਾਂਗੇ ਕਿ ਇਸ ਵਿੱਚ ਕੀ ਕੁਝ ਮਿਲਦਾ ਹੈ। ਵਾਰਸ਼ ਦੀ ਹੀਰ ਵਿੱਚ ਕਾਫੀ ਵਿਸ਼ੇਸ਼ਤਾਵਾਂ ਮਿਲਦੀਆਂ ਹੈਗੀਆਂ। ਪਹਿਲੇ ਨੰਬਰ ਤੇ ਜਿਹੜੀ ਇਹਦੀ ਵਿਸ਼ੇਸ਼ਤਾ ਹੈਗੀ ਆ ਉਹ ਇਹ ਹੈਗੀ ਆ ਕਿ ਇਹ ਜਿਹੜਾ ਕਿੱਸਾ ਹੈਗਾ ਉਹ ਬੈਂਤ ਛੰਦ ਵਿੱਚ ਲਿਖਿਆ ਗਿਆ ਹੈ। ਕਿਹੜੇ ਛੰਦ ਵਿੱਚ ਲਿਖਿਆ ਗਿਆ ਹੈਗਾ? ਬੈਂਤ ਛੰਦ ਵਿੱਚ ਲਿਖਿਆ ਗਿਆ ਹੈਗਾ। ਇਹ ਤੁਸੀਂ ਯਾਦ ਰੱਖਣਾ ਹੈਗਾ। ਇਹ MCQ ਜ਼ਰੂਰ ਪੁੱਛ ਸਕਦੇ ਹੈਗੇ ਆ ਕਿ ਵਾਰਸ਼ ਦੀ ਹੀਰ ਹੈਗੀ ਆ ਉਹ ਕਿਹੜੇ ਛੰਦ ਵਿੱਚ ਲਿਖੀ ਗਈ ਹੈ। ਇਹ ਬੈਂਤ ਛੰਦ ਵਿੱਚ ਲਿਖੀ ਗਈ ਹੈਗੀ ਆ। ਇਸ ਤੋਂ ਇਲਾਵਾ ਇਸ ਵਿੱਚ 611 ਬੰਦ ਹੈਗੇ ਆ। ਜਿਵੇਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਸ਼ਾਹ ਮੁਹੰਮਦ ਦੀ ਜਿਹੜੀ ਰਚਨਾ ਸੀ ਉਹਦੇ ਵਿੱਚ 105 ਬੰਦ ਸੀਗੇ, ਪਰੰਤੂ ਇਹਦੇ ਵਿੱਚ 611 ਬੰਦ ਹੈਗੇ ਆ। ਤੇ ਇਹਦੇ ਵਿੱਚ ਜਿਹੜੇ ਪਾਤਰ ਹੈਗੇ ਆ ਉਹਨਾਂ ਦੀ ਗਿਣਤੀ 22 ਪਾਤਰ ਹੈਗੇ ਆ। ਮੋٹے ਮੋٹے ਜਿਹੜੇ ਪਾਤਰ ਹੈਗੇ ਆ ਉਹ ਹੈਗੇ ਆ 22। ਇਹ ਤਿੰਨੇ ਗੱਲਾਂ ਤੁਸੀਂ ਵਧੇਰੇ ਯਾਦ ਰੱਖਣੀਆਂ ਹੈਗੀਆਂ। ਇਸ ਤੋਂ ਇਲਾਵਾ ਜਿਹੜੀ ਇਸ ਦੀ ਬੋਲੀ ਹੈਗੀ ਵਾਰਸ਼ ਦੀ ਹੀਰ ਦੀ ਉਹ ਹੈਗੀ ਆ ਮਾਝੀ ਵਰਤੀ ਹੈਗੀ ਇਹਨਾਂ ਨੇ, ਲਹਿੰਦੀ ਵਰਤੀ ਹੈਗੀ ਆ ਤੇ ਮਲਤਾਨੀ ਵਰਤੀ ਹੈਗੀ ਆ। ਇਹਨਾਂ ਤਿੰਨਾਂ ਭਾਸ਼ਾਵਾਂ ਦਾ ਮੇਲ ਦੇਖਣ ਨੂੰ ਮਿਲਦਾ ਹੈਗਾ ਕਿਹਦੇ ਵਿੱਚ? ਵਾਰਸ਼ ਦੀ ਹੀਰ ਵਿੱਚ। ਇਸ ਤੋਂ ਇਲਾਵਾ ਇਹਨਾਂ ਨੇ ਜੱਟ ਕੌਮ ਦੀ ਨਿੰਦਿਆ ਕੀਤੀ ਹੈਗੀ ਆ। ਜਿਹੜੀ ਅਗਲੀ ਵਾਰਸ਼ ਦੀ ਹੀਰ ਦੀ ਇੱਕ ਹੋਰ ਵਿਸ਼ੇਸ਼ਤਾ ਹੈਗੀ ਆ ਉਹ ਹੈਗੀ ਆ ਜੱਟ ਕੌਮ ਦੀ ਨਿੰਦਿਆ। ਜੱਟਾਂ ਦੇ ਬਹੁਤ ਲੱਗਦਾ ਸੀਗਾ। ਕੌਣ? ਵਾਰਸ਼ਾ। ਜੱਟ ਕੌਮ ਦੀ ਨਿੰਦਿਆ ਕੀਤੀ ਹੈਗੀ ਆ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕਿਹਦੀ ਨਿੰਦਿਆ ਕੀਤੀ ਹੈਗੀ ਹੈ? ਇੱਕ ਹੋਰ ਨਿੰਦਿਆ ਕੀਤੀ ਹੈ, ਇਸਤਰੀ ਦੀ ਨਿੰਦਿਆ ਕੀਤੀ ਹੈਗੀ ਹੈ। ਇਸ ਕਿੱਸੇ ਵਿੱਚ ਇਸਤਰੀ ਦੀ ਵੀ ਨਿੰਦਿਆ ਕੀਤੀ ਗਈ ਹੈ। ਆਪਾਂ ਪਹਿਲਾਂ ਜਿਹੜਾ ਕਿੱਸਾ ਪੜ੍ਹਿਆ ਸੀ ਪੀਲੂ ਦਾ ਉਹਦੇ ਵਿੱਚ ਵੀ ਉਹਨਾਂ ਨੇ ਇਸਤਰੀ ਨਿੰਦਿਆ ਕੀਤੀ ਸੀ, ਪਰੰਤੂ ਉੱਥੇ ਉਹ ਗੱਲ ਜਾਇਜ਼ ਸੀ ਕਿਉਂਕਿ ਸਾਹਿਬਾਂ ਨੇ ਮਿਰਜ਼ੇ ਨਾਲ ਧੋਖਾ ਕੀਤਾ ਸੀ, ਇਸ ਲਈ ਉਹਨਾਂ ਨੇ ਇਸਤਰੀਆਂ ਦੀ ਨਿੰਦਿਆ ਕੀਤੀ ਸੀ। ਪਰੰਤੂ ਇਸ ਵਿੱਚ ਕਿੱਸੇ ਵਿੱਚ ਵੀ ਇਸਤਰੀ ਦੀ ਬਹੁਤ ਜ਼ਿਆਦਾ ਨਿੰਦਿਆ ਕੀਤੀ ਗਈ ਹੈਗੀ ਆ। ਇਸ ਤੋਂ ਇਲਾਵਾ ਉਹਨਾਂ ਨੇ ਇਸ ਵਿੱਚ ਅਸ਼ਲੀਲਤਾ ਨੂੰ ਪ੍ਰਗਟ ਕੀਤਾ ਹੈਗਾ। ਜ਼ਿਆਦਾਤਰ ਉਸਨੇ ਅਸ਼ਲੀਲਤਾ ਨੂੰ ਪ੍ਰਗਟ ਕੀਤਾ ਹੈਗਾ ਵਾਰਸ਼ਾ ਨੇ। ਇਸ ਕਿੱਸੇ ਵਿੱਚ ਉਹਨਾਂ ਨੇ ਖਾਸ ਕਰਕੇ ਹੀਰ ਦੇ ਅੰਗਾਂ ਦੀ ਤਾਰੀਫ ਕੀਤੀ ਹੈਗੀ ਹੈ, ਜਿਵੇਂ ਉਹਨਾਂ ਦੀਆਂ ਗੱਲਾਂ ਸੇਬ ਵਰਗੀਆਂ ਸੀਗੀਆਂ। ਹੋਰ ਵੀ ਕਈ ਬਾਹਾਂ, ਲੱਤਾਂ, ਪੱਟਾਂ ਆਦਿ ਦੀ ਪ੍ਰਸ਼ੰਸਾ ਕੀਤੀ ਹੈਗੀ ਆ, ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈਗਾ ਕਿ ਇਹ ਕਿੱਸਾ ਇਸ ਪੱਖੋਂ ਹੀ ਨਿੰਦਣਯੋਗ ਹੈਗਾ ਕਿ ਇਸ ਵਿੱਚ ਅਸ਼ਲੀਲਤਾ ਦੀ ਗੱਲ ਕੀਤੀ ਗਈ ਹੈਗੀ ਆ। ਇਸ ਤੋਂ ਇਲਾਵਾ ਇਸ ਕਿੱਸੇ ਵਿੱਚ 18ਵੀਂ ਸਦੀ, ਕਿਉਂਕਿ 18ਵੀਂ ਸਦੀ ਵਿੱਚ ਹੋਇਆ ਹੈਗਾ, ਸੂਫੀ ਕਵੀ ਸੀਗਾ ਇਹ ਵਾਰਸ਼ਾ। 18ਵੀਂ ਸਦੀ ਦੀ ਰਾਜਨੀਤਿਕ ਸਥਿਤੀ ਨੂੰ ਯਥਾਰਥਵਾਦੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈਗਾ। ਜਿਹੜੀ ਉਸ ਸਮੇਂ ਦੀ ਜਿਹੜੀ ਰਾਜਨੀਤਿਕ ਸਥਿਤੀ ਸੀਗੀ ਉਹਨਾਂ ਨੂੰ ਯਥਾਰਥਵਾਦੀ ਢੰਗ ਨਾਲ ਪੇਸ਼ ਕੀਤਾ ਹੈਗਾ ਵਾਰਸ਼ਾ ਨੇ। ਇਸ ਤੋਂ ਇਲਾਵਾ ਇਸ ਕਿੱਸੇ ਦੀ ਹੋਰ ਜ਼ਿਆਦਾ ਵਿਸ਼ੇਸ਼ਤਾ ਇਹ ਹੈਗੀ ਕਿ ਇਸ ਵਿੱਚ ਸਭ ਤੋਂ ਵੱਧ, ਇਹ ਵੀ MCQ ਪੁੱਛ ਸਕਦੇ ਹੈਗੇ ਆ, ਸਭ ਤੋਂ ਵੱਧ ਸੱਭਿਆਚਾਰਕ ਤੇ ਸਮਾਜਿਕ ਚਿਤਰਨ ਹੋਇਆ ਹੈਗਾ। ਇਦੋਂ ਪਹਿਲਾਂ ਜਿਹੜੇ ਵੀ ਕਿੱਸੇ ਹੋਏ ਸੀਗੇ ਉਹਨਾਂ ਵਿੱਚ ਇੰਨਾ ਜ਼ਿਆਦਾ ਸੱਭਿਆਚਾਰਕ ਤੇ ਸਮਾਜਿਕ ਚਿਤਰਨ ਨਹੀਂ ਮਿਲਦਾ ਸੀ, ਪਰੰਤੂ ਵਾਰਸ਼ ਦੀ ਹੀਰ ਵਿੱਚ ਸਭ ਤੋਂ ਵੱਧ ਸੱਭਿਆਚਾਰਕ ਤੇ ਸਮਾਜਿਕ ਚਿਤਰਨ ਪੇਸ਼ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਅਗਲੀ ਜਿਹੜੀ ਇਸ ਦੀ ਵਿਸ਼ੇਸ਼ਤਾ ਹੈਗੀ ਆ ਉਹ ਹੈ ਨੈਤਿਕ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈਗਾ। ਵਾਰਸ਼ ਦੀ ਹੀਰ ਵਿੱਚ ਨੈਤਿਕ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈਗਾ। ਨੈਤਿਕ ਪੱਖਾਂ ਬਾਰੇ ਸਾਨੂੰ ਪਤਾ ਲੱਗਦਾ ਹੈਗਾ, ਜਿਵੇਂ
ਵਾਰਿਸ ਸ਼ਾਹ ਆਪਣੇ ਕਿੱਸੇ ਵਿੱਚ ਲਿਖਦੇ ਹੈਗੇ ਆ। ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੀ। ਇਸ ਤੋਂ ਇਲਾਵਾ ਵਾਰਿਸ ਸ਼ਾਹ ਛਪਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਖਲਕ ਹੁੰਦੀ ਹੈ ਦੁਨੀਆ ਕੋਲੋਂ, ਲੁਕੋ ਕੇ ਖਾਣਾ ਚਾਹੀਦਾ ਕਹਿੰਦਾ ਗੁੜ, ਭਾਵੇਂ ਗੁੜ ਆਪਦਾ ਹੀ ਹੋਵੇ। ਇਹ ਨੈਤਿਕ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈਗਾ। ਇਸ ਤੋਂ ਇਲਾਵਾ ਕਿੱਸੇ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਮੰਗਲਚਰਨ ਤੋਂ ਹੁੰਦੀ ਹੈਗੀ ਆ। ਮੰਗਲਾਚਰਨ ਹੁੰਦਾ ਹੈਗਾ, ਕਿੱਸੇ ਦਾ ਆਰੰਭ ਜਿਹੜਾ ਹੁੰਦਾ ਹੈਗਾ ਉਹ ਮੰਗਲਾਚਰਨ ਤੋਂ ਹੁੰਦਾ ਹੈਗਾ। ਤੇ ਇਸਨੇ ਲਿਖਿਆ ਹੈਗਾ, ਅਵਲ ਅਹਿਮਦ ਖੁਦਾ ਦਾ ਵਿਰਜ ਕੀਜੀਏ, ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ, ਪਹਿਲਾਂ ਆਪ ਹੀ ਖੁਦਾ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੂਲ ਮੀਆਂ। ਇਹ ਜਿਹੜੀਆਂ ਤੁੱਕਾਂ ਜੇ ਆ ਜਾਣ ਤਾਂ ਤੁਹਾਨੂੰ ਸਮਝ ਆ ਜਾਊਗੀ ਕਿ ਕਿਹਦਾ ਕਿੱਸਾ ਹੈਗਾ, ਵਾਰਿਸ ਸ਼ਾਹ ਦਾ ਹੈਗਾ। ਦੁਬਾਰਾ ਫੇਰ ਸੁਣ ਲਓ, ਜਿਹੜਾ ਮੰਗਲਾਚਰਨ ਉਹ ਇਸ ਤਰ੍ਹਾਂ ਸ਼ੁਰੂ ਹੁੰਦਾ ਹੈਗਾ, ਅਵਲ ਅਹਿਮਦ ਖੁਦਾ ਦਾ ਵਿਰਦ ਕੀਜੀਏ, ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ, ਪਹਿਲਾਂ ਆਪ ਹੀ ਖੁਦਾ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੂਲ ਮੀਆਂ। ਰਸੂਲ ਮੀਆਂ। ਇਸ ਤੋਂ ਇਲਾਵਾ ਇਹਨਾਂ ਨੇ ਹੀਰ ਦੀ ਸੁੰਦਰਤਾ ਦਾ ਵੀ ਵਰਣਨ ਕੀਤਾ ਹੈਗਾ। ਵਾਰਿਸ ਸ਼ਾਹ ਦੀ ਹੀਰ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈਗੀ ਹੈ ਕਿ ਹੀਰ ਦੀ ਜਿਹੜੀ ਸੁੰਦਰਤਾ ਹੈਗੀ ਹੈ, ਤੁਹਾਨੂੰ ਦੱਸਿਆ ਸੀਗਾ, ਉਹ ਕਿਹੜੀ ਵਿਧੀ ਰਾਹੀਂ ਪੇਸ਼ ਕੀਤੀ ਗਈ ਹੈਗੀ ਆ। ਉਹ ਵਿਧੀ ਵਰਤੀ ਹੈਗੀ ਇਹਨਾਂ ਨੇ ਰਾਨੀ ਅੰਗ ਪ੍ਰਤੀ ਅੰਗ। ਵਿਧੀ ਇਸ ਰਾਹੀਂ ਹੀਰ ਦੀ ਸੁੰਦਰਤਾ ਨੂੰ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕਿੱਸੇ ਵਿੱਚ ਭਾਗ ਭਰੀ ਨਾਂ ਦੀ ਔਰਤ ਦਾ ਜ਼ਿਕਰ ਆਉਂਦਾ ਹੈ। ਭਾਗ ਭਰੀ ਅਸਲ ਵਿੱਚ ਵਾਰਿਸ ਸ਼ਾਹ ਸੀ ਜਿਹੜਾ ਉਹ ਇਸ ਇਸਤਰੀ ਨਾਲ ਪਿਆਰ ਕਰਦਾ ਸੀ। ਇਸ ਇਸਤਰੀ ਦਾ ਜ਼ਿਕਰ ਵੀ 7-8 ਵਾਰ ਕਿੱਸੇ ਵਿੱਚ ਆਇਆ ਹੈ। ਇਸ ਤੋਂ ਇਲਾਵਾ ਇਸ ਵਿੱਚ ਸਭ ਤੋਂ ਵੱਧ ਸੂਫੀ ਤੇ ਸੱਭਿਆਚਾਰਕ ਮੈਥਡ ਦਾ ਚਿਤਰਨ ਕੀਤਾ ਗਿਆ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈਗੀ ਹੈ। ਇਸ ਵਿੱਚ ਹੀਰ ਦੀਆਂ 360 ਸਹੇਲੀਆਂ ਦੱਸੀਆਂ ਗਈਆਂ ਹਨ। ਇਸ ਤੋਂ ਇਲਾਵਾ 5ਵੇਂ ਭਾਗ ਤੋਂ ਬਾਅਦ ਹੀਰ ਦੀ ਪੂਰੀ ਕਹਾਣੀ ਜਿਹੜੀ ਹੈਗੀ ਆ ਉਹ ਸੰਪੂਰਨ ਹੋ ਜਾਂਦੀ ਹੈਗੀ ਆ। ਤੇ ਇਸ ਤੋਂ ਇਲਾਵਾ ਜਿਹੜੀ ਵਾਰਿਸ ਦੀ ਹੀਰ ਦੀ ਇੱਕ ਹੋਰ ਵਿਸ਼ੇਸ਼ਤਾ ਹੈਗੀ ਹੈ, ਇਸ ਕਿੱਸੇ ਵਿੱਚ ਇੱਕ ਪ੍ਰੇਮੀ ਦਾ ਨਾਂ ਆਉਂਦਾ ਹੈਗਾ। ਉਸ ਪ੍ਰੇਮੀ ਦਾ ਨਾਂ ਹੈਗਾ ਫਰਿਆਦ। ਇਹ ਵੀ ਯਾਦ ਰੱਖਣਾ ਹੈਗਾ, ਤੁਹਾਨੂੰ ਪੁੱਛ ਸਕਦੇ ਹੈਗੇ ਆ ਕਿ ਇਸ ਪ੍ਰੇਮੀ ਦਾ ਨਾਂ ਆਉਂਦਾ ਹੈਗਾ, ਉਸ ਪ੍ਰੇਮੀ ਦਾ ਨਾਂ ਹੈਗਾ ਫਰਿਆਦ। ਇਹ ਕਿੱਸਾ ਵੀ ਵਾਰਿਸ ਸ਼ਾਹ ਨੇ ਆਪਣੇ ਦੋਸਤਾਂ ਦੀ ਫਰਮਾਇਸ਼ ਤੇ ਲਿਖਿਆ ਸੀ। ਕਦੋਂ ਲਿਖਿਆ ਸੀ? 1766 ਈਡੀ ਵਿੱਚ ਲਿਖਿਆ ਸੀ। ਪਿੰਡ ਸੀਗਾ ਮਲਕਾ ਹਾਸ। ਇਹ ਵੀ ਯਾਦ ਰੱਖਣਾ ਹੈਗਾ, ਇੱਥੇ ਬਹੁਤ ਜ਼ਿਆਦਾ ਸਮਾਂ ਵਾਰਿਸ ਸ਼ਾਹ ਰਿਹਾ ਸੀ ਮਲਕਾ ਹਾਸ ਵਿੱਚ। ਤੇ ਇਸ ਕਿੱਸੇ ਦਾ ਜਿਹੜਾ ਆਖਰੀ ਰੂਪ ਹੈਗਾ ਉਹ ਚਿੰਨਵਾਦੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈਗਾ। ਚਿੰਨਵਾਦੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈਗਾ। ਚਿੰਨਵਾਦੀ ਰੂਪ ਦੇ ਕੇ ਰੂਹਾਨੀ ਰੂਪ ਦਿੱਤਾ ਗਿਆ ਹੈਗਾ। ਪਹਿਲਾਂ ਚਿੰਨਵਾਦੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈਗਾ, ਫਿਰ ਰੂਹਾਨੀ ਰੂਪ ਦਿੱਤਾ ਗਿਆ ਹੈਗਾ। ਇਹ ਯਾਦ ਰੱਖਣਾ ਹੈਗਾ। ਕਿਵੇਂ ਦਿੱਤਾ ਗਿਆ ਹੈਗਾ? ਇਹ ਇਸ ਤਰ੍ਹਾਂ ਦਿੱਤਾ ਗਿਆ ਹੈਗਾ, ਜਿਵੇਂ ਹੀਰ ਨੂੰ ਤਾਂ ਕਿਹਾ ਗਿਆ ਹੈਗਾ ਰੂਹ, ਤੇ ਰਾਂਝੇ ਨੂੰ ਕਿਹਾ ਗਿਆ ਹੈਗਾ ਸਰੀਰ। ਇਹ ਪੁੱਛ ਸਕਦੇ ਹੈਗੇ ਤੁਹਾਡੇ ਤੋਂ। ਤੇ ਸੈਦਾ ਖੇੜਾ ਜਿਹਦੇ ਨਾਲ ਇਹ ਵਿਆਹੀ ਗਈ ਸੀ ਹੀਰ, ਸੈਦਾ ਖੇੜਾ ਸੀ, ਖੇੜਾ ਜਾਤ ਸੀਗੀ, ਇਹਨੂੰ ਕਿਹਾ ਗਿਆ ਹੈਗਾ ਇਜ਼ਰਾਈਲ ਫਰਿਸ਼ਤਾ। ਇਜ਼ਰਾਈਲ ਫਰਿਸ਼ਤਾ। ਇਸ ਤੋਂ ਇਲਾਵਾ ਰਾਂਝਾ ਜਿਹੜਾ ਸੀਗਾ ਉਸਨੇ ਰਾਹ ਵੀ ਪੁੱਛਿਆ ਸੀਗਾ ਹੀਰ ਜਦੋਂ ਵਿਆਹੀ ਗਈ ਸੀ ਉਹਨਾਂ ਦੇ ਸਹੁਰੇ ਪਿੰਡ ਦਾ, ਉਹ ਪੁੱਛਿਆ ਸੀ ਆਜੜੀ ਤੋਂ। ਤੇ ਆਜੜੀ ਨੂੰ ਵਾਰਿਸ ਸ਼ਾਹ ਨੇ ਚਿੰਨਵਾਦੀ ਰੂਪ ਦੇ ਕੇ ਰੂਹਾਨੀ ਰੂਪ ਦਿੱਤਾ ਹੈ, ਜਿਵੇਂ ਇਸ ਨੂੰ ਪੇਸ਼ ਕੀਤਾ ਹੈਗਾ ਨਰਕੀ ਫਰਿਸ਼ਤੇ ਨਾਲ। ਨਰਕੀ ਫਰਿਸ਼ਤੇ ਨਾਲ। ਇਸ ਤੋਂ ਇਲਾਵਾ ਹੋਰ ਵੀ, ਜਿਵੇਂ ਰਾਂਝੇ ਤੇ ਹੀਰ ਦਾ ਜਿਹੜਾ ਝਗੜਾ ਸੀਗਾ ਉਸ ਨੂੰ ਕਿਹਾ ਗਿਆ ਹੈ ਸਰੀਰ ਤੇ ਮੌਤ ਦਾ ਝਗੜਾ। ਬਾਲਨਾਥ ਨੂੰ ਕਿਹਾ ਗਿਆ ਹੈਗਾ ਰੂਹਾਨੀ ਗੁਰੂ। ਪੰਜ ਪੀਰ ਨੂੰ ਕਿਹਾ ਗਿਆ ਹੈ ਪੰਜ ਗਿਆਨ ਇੰਦਰੀਆਂ। ਕਾਜੀ ਨੂੰ ਕਿਹਾ ਗਿਆ ਹੈ ਧਰਮ ਸੱਚਾਈ। ਤੇ ਕੈਦੋਂ ਨੂੰ ਕਿਹਾ ਗਿਆ ਹੈਗਾ ਸ਼ੈਤਾਨ। ਇਹ ਸਾਰੇ ਸ਼ਬਦ ਤੁਸੀਂ ਲਿਖ ਲੈਣੇ ਹੈਗੇ ਆ। ਤਾਂ ਇਸ ਤੋਂ ਬਾਅਦ ਵੀ ਆਪਾਂ ਹੋਰ ਕਰਾਂਗੇ, ਕਿਉਂਕਿ ਸਟੋਰੀ ਬਹੁਤ ਲੰਮੀ ਹੈਗੀ ਆ। ਹੀਰ ਰਾਂਝੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ, ਵਾਰਿਸ ਸ਼ਾਹ ਨੇ ਜਿਵੇਂ ਕਹਾਣੀ ਦਿੱਤੀ ਹੈਗੀ ਆ ਉਹਦੇ ਬਾਰੇ ਵੀ ਦੱਸਾਂਗੇ। ਇਸ ਤੋਂ ਇਲਾਵਾ ਵਾਰਿਸ ਸ਼ਾਹ ਬਾਰੇ ਵੀ ਦੱਸਾਂਗੇ ਆਪਾਂ
ਵੀ ਇਹਨਾਂ ਜਨਮ ਕਿੱਥੇ ਹੋਇਆ, ਕੀ ਰਾਈਟਰ ਇਹਨਾਂ ਬਾਰੇ ਕਹਿੰਦੇ ਹੈਗੇ ਆ, ਉਹ ਸਾਰਾ ਕੁਝ ਕਰਾਂਗੇ। ਵੀਡੀਓ ਕਾਫੀ ਲੰਮੀ ਹੋ ਜਾਵੇਗੀ, ਤਾਂ ਅਗਲੀ ਵੀਡੀਓ ਕੱਲ ਨੂੰ ਆਪਾਂ ਲੈ ਕੇ ਆਵਾਂਗੇ। ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਥੈਂਕਸ ਫॉर ਵਾਚਿੰਗ ਵੀਡੀਓ।